ਸਾਦਤ ਹਸਨ ਮੰਟੋ ਦੀ ਕਹਾਣੀ ਸ਼ਰਾਬੀ। ਜਵਾਹਰ ਲਾਲ ਨਹਿਰੂ ਦੇ ਨਾਮ। ਯਾਦ ਰੱਖੋ, ਜਦੋਂ ਤੱਕ ਲੋਕ ਭੈਭੀਤ ਹਨ, ਦਲਦਲ ਵਿੱਚ ਬਰਛ ਦੇ ਦਰਖਤਾਂ ਦੀ ਤਰ੍ਹਾਂ ਗਲਦੇ ਸੜਦੇ ਰਹਿਣਗੇ। ਸਾਨੂੰ ਹਿੰਮਤ ਵਾਲੇ ਹੋਣਾ ਚਾਹੀਦਾ ਹੈ। ਗੋਰਕੀ। ਕੰਮ ਖਤਮ ਹੋ ਚੁੱਕਿਆ ਹੈ, ਆਓ ਚਲੀਏ। ਪਰ ਬਈ ਮੀਂਹ ਪੈ ਰਿਹਾ, ਤਾਂਗਾ ਮੰਗਵਾ ਲੈਂਦੇ ਹਾਂ। ਰਾਤ ਦੇ 8 ਵੱਜ ਚੁੱਕੇ ਸਨ। ਹਲੀਮ ਸਾਹਿਬ ਨੇ ਆਪਣੇ ਦਫ਼ਤਰ ਦੇ ਨੌਕਰ ਰਾਹੀਂ ਤਾਂਗਾ ਮੰਗਵਾਇਆ। ਅਸੀਂ ਉਸ 'ਚ ਸਵਾਰ ਹੋ ਗਏ। ਪਿਸ਼ਾਵਰ ਦੇ ਬਾਜ਼ਾਰ ਮੇਰੇ ਲਈ ਬਿਲਕੁਲ ਨਵੇਂ ਸਨ। ਜੇਕਰ ਹਲੀਮ ਸਾਹਿਬ ਇੱਥੇ ਮੌਜੂਦ ਨਾ ਹੁੰਦੇ ਤਾਂ ਸ਼ਾਇਦ ਮੈਨੂੰ ਵੀ ਇੱਥੇ ਆਉਣ ਦਾ ਇਤਫਾਕ ਨਾ ਹੁੰਦਾ। ਮੈਂ ਪਿਸ਼ਾਵਰ 'ਚ ਪਹਿਲੀ ਵਾਰ ਆਇਆ ਸੀ, ਇਸ ਲਈ ਕੁਦਰਤੀ ਤੌਰ 'ਤੇ ਮੇਰੀਆਂ ਨਿਗਾਹਾਂ ਸੜਕ ਦੇ ਹਰ ਜ਼ਾਵੀਏ ਵੱਲ ਉੱਠ ਰਹੀਆਂ ਸਨ। ਮਕਾਨਾਂ ਦੀ ਬਣਾਵਟ ਤੇ ਦੁਕਾਨਾਂ ਦੀ ਸ਼ਕਲ ਸੂਰਤ 'ਚ ਕੋਈ ਖਾਸ ਫਰਕ ਨਹੀਂ ਸੀ। ਫਿਰ ਵੀ ਫਿਜ਼ਾ ਕਿਸੇ ਹੱਦ ਤੱਕ ਉਪਰੀ ਸੀ। ਸਾਡਾ ਤਾਂਗਾ ਭਿੰਨ ਬਾਜ਼ਾਰਾਂ 'ਚੋਂ ਹੁੰਦਾ ਹੋਇਆ ਇੱਕ ਖਾਮੋਸ਼ ਤੇ ਅਰਧ ਹਨੇਰੇ ਬਾਜ਼ਾਰ ਦੇ ਮੋੜ 'ਤੇ ਪਹੁੰਚ ਕੇ ਖੜ੍ਹਾ ਹੋ ਗਿਆ। ਮੈਂ ਪਿਛਲੀ ਸੀਟ 'ਤੇ ਬੈਠਾ ਸੀ ਤੇ ਹਲੀਮ ਸਾਹਿਬ ਤਾਂਗੇ ਦਾ ਸੰਤੁਲਨ ਕਾਇਮ ਰੱਖਣ ਦੇ ਲਈ ਕੋਚਵਾਨ ਦੇ ਨਾਲ ਬੈਠੇ ਸਨ। ਜਦੋਂ ਤਾਂਗਾ ਇੱਕ ਹਲਕੇ ਜਿਹੇ ਝਟਕੇ ਨਾਲ ਰੁਕਿਆ ਤਾਂ ਮੈਂ ਮੁੜ ਕੇ ਹਲੀਮ ਸਾਹਿਬ ਵੱਲ ਵੇਖਿਆ। ਉਹ ਤਾਂਗੇ ਵਾਲੇ ਨੂੰ ਕਿਰਾਇਆ ਦੇ ਰਹੇ ਸਨ। ਮੈਂ ਤਾਂਗੇ ਤੋਂ ਉਤਰਨ ਲਈ ਆਪਣੀ ਟੋਪੀ ਉਠਾਉਂਦੇ ਹੋਏ ਉਹਨਾਂ ਨੂੰ ਪੁੱਛਿਆ, ਤੁਸੀਂ ਇਸੇ ਬਾਜ਼ਾਰ 'ਚ ਆਪਣੇ ਠਹਿਰਨ ਦਾ ਬੰਦੋਬਸਤ ਕੀਤਾ? ਹਲੀਮ ਸਾਹਿਬ ਤਾਂਗੇ ਵਾਲੇ ਵੱਲ ਦੇਖ ਕੇ ਮੁਸਕਰਾਏ। ਆਪ ਅੱਜ ਹੀ ਇੱਥੇ ਤਸ਼ਰੀਫ ਲਿਆਏ ਹੋ? ਫਿਰ ਮੈਨੂੰ ਮੁਖਾਤਿਬ ਹੋ ਕੇ ਕਿਹਾ, ਚਲੋ ਵੀ ਚੱਲੀਏ। ਅਸੀਂ ਬਿਨਾਂ ਤਾਂਗੇ ਤੋਂ ਉਤਰ ਗਏ ਤੇ ਪੈਦਲ ਚੱਲਣਾ ਸ਼ੁਰੂ ਕੀਤਾ। ਮੀਂਹ ਤੇਜ਼ ਨਹੀਂ ਸੀ। ਨਿੱਕੀਆਂ ਕਣੀਆਂ ਸੜਕ ਦੇ ਪਤਲੇ ਚਿੱਕੜ 'ਤੇ ਡਿੱਗ ਕੇ ਇੱਕ ਹਲਕੀ ਜਿਹੀ ਗੁਣਗੁਣਾਹਟ ਪੈਦਾ ਕਰ ਰਹੀਆਂ ਸਨ। ਉਸ ਪਤਲੇ ਚਿੱਕੜ 'ਚ ਜੋ ਸੜਕ ਦੇ ਸੀਨੇ 'ਤੇ ਸੁੱਤਾ ਪਿਆ ਜਾਪਦਾ ਸੀ, ਆਸ-ਪਾਸ ਦੀਆਂ ਦੁਕਾਨਾਂ ਦੀਆਂ ਅੰਨੀਆਂ ਲਾਲਟਨਾਂ ਤੇ ਬਿਜਲੀ ਦੇ ਕਮਜ਼ੋਰ ਬਲਬਾਂ ਦਾ ਅਕਸ ਪੈ ਰਿਹਾ ਸੀ। ਉਸ ਅਕਸ ਨੂੰ ਦੇਖ ਕੇ ਜੋ ਸੜਕ ਦੇ ਧੱਬਿਆਂ ਦੀ ਸੂਰਤ ਵਿੱਚ ਬਿਖਰਿਆ ਹੋਇਆ ਸੀ, ਇੰਜ ਲੱਗਦਾ ਸੀ ਜਿਵੇਂ ਮਟਮੈਲੇ ਰੰਗ ਦੀ ਲੰਮੀ ਦਰੀ ਥਾਂ ਤੋਂ ਸੁਲਗ ਰਹੀ ਹੋਵੇ। ਬਿਜਲੀ ਦੀਆਂ ਤਾਰਾਂ 'ਤੇ ਜੋ ਬਾਜ਼ਾਰ ਦੇ ਵਿੱਚੋਂ ਵਿੱਚ ਤਣੀਆਂ ਹੋਈਆਂ ਸਨ, ਬਹੁਤ ਸਾਰੇ ਕਬੂਤਰ ਬੈਠੇ ਸਨ। ਸੜਕ ਦੇ ਅੰਤ 'ਤੇ ਇੱਕ ਉੱਚੀ ਇਮਾਰਤ ਦੀ ਉੱਪਰਲੀ ਮੰਜ਼ਲ ਵਿੱਚ ਰੌਸ਼ਨੀ ਟਿਮਟਿਮਾ ਰਹੀ ਸੀ। ਅਜੀਬ ਗੱਲ ਹੈ ਕਿ ਉਹਨੂੰ ਵੇਖ ਕੇ ਮੈਨੂੰ ਉਹ ਕਾਣਾ ਸੰਤਰੀ ਯਾਦ ਆ ਗਿਆ ਜੋ ਜੇਲ੍ਹ 'ਚ ਸਾਡੀ ਕੋਠੜੀ ਦੇ ਬਾਹਰ ਪਹਿਰਾ ਦਿੰਦਾ ਹੁੰਦਾ ਸੀ। ਸ਼ਾਇਦ ਇਸ ਲਈ ਕਿ ਇਸ ਇਮਾਰਤ ਦੀ ਰੌਸ਼ਨ ਖਿੜਕੀ ਵੀ ਉਸ ਕਾਣੇ ਸੰਤਰੀ ਦੀ ਅੱਖ ਦੀ ਤਰ੍ਹਾਂ ਚਮਕ ਰਹੀ ਸੀ ਤੇ ਰਹਿਮ ਦੇ ਜਜ਼ਬੇ ਤੋਂ ਆਰੀ ਜਾਪਦੀ ਸੀ। ਬਾਜ਼ਾਰ 'ਚ ਰੌਣਕ ਘੱਟ ਸੀ। ਮੈਂ ਸੜਕ ਦੇ ਚਿੱਕੜ ਭਰੇ ਟੋਇਆਂ ਤੋਂ ਬਚਦਾ ਤਰ੍ਹਾਂ ਦੇ ਖਿਆਲਾਂ 'ਚ ਡੁੱਬਿਆ ਜਾ ਰਿਹਾ ਸੀ ਕਿ ਹਲੀਮ ਸਾਹਿਬ ਦੀ ਆਵਾਜ਼ ਮੇਰੇ ਕੰਨੀ ਪਈ। ਉਹ ਇੱਕ ਦੁਕਾਨ ਦੇ ਛੱਪਰ ਦੇ ਹੇਠਾਂ ਖੜ੍ਹੇ ਆਪਣੇ ਹੱਥ ਨਾਲ ਮੈਨੂੰ ਬੁਲਾ ਰਹੇ ਸਨ। ਮੈਂ ਵਾਪਸ ਮੁੜਿਆ, ਤੇਜ਼ ਕਦਮ ਪੁੱਟਦਾ ਉਹਨਾਂ ਦੇ ਕੋਲ ਪਹੁੰਚ ਗਿਆ। ਜਿਸ ਦੁਕਾਨ ਦੇ ਕੋਲ ਉਹ ਖੜ੍ਹੇ ਸਨ, ਉਹਦੇ ਬਾਹਰ ਮਿੱਟੀ ਨਾਲ ਲਿੱਪੇ ਚੌਂਤਰੇ ਦੇ ਤੇ ਇੱਕ ਆਦਮੀ ਲੋਹੇ ਦੀ ਮੈਲੀ ਕੜਾਹੀ 'ਚ ਮੱਛੀ ਦੇ ਟੁਕੜੇ ਤਲ ਰਿਹਾ ਸੀ। ਉਹਦੇ ਸੱਜੇ ਹੱਥ ਦੀ ਦੁਕਾਨ 'ਚ ਦਾਖਲ ਹੋਣ ਦਾ ਰਸਤਾ ਛੱਡ ਕੇ ਪਾਨ ਵਾਲੇ ਦੀ ਛੋਟੀ ਜਿਹੀ ਦੁਕਾਨ ਸੀ। ਇੰਜ ਕਹਿ ਲਓ, ਚੀੜ ਦੇ ਕੁਝ ਫੱਟਿਆਂ ਦਾ ਇੱਕ ਸੰਦੂਕ ਸੀ ਜਿਸ 'ਚ ਪਨਵਾੜੀ ਨੇ ਆਪਣੀ ਦੁਕਾਨ ਦਾ ਸਮਾਨ ਭਰ ਰੱਖਿਆ ਸੀ। ਹਲੀਮ ਸਾਹਿਬ ਨੇ ਦੁਕਾਨ ਦੇ ਖੁੱਲ੍ਹੇ ਹੋਏ ਦਰਵਾਜ਼ੇ ਵੱਲ ਇਸ਼ਾਰਾ ਕਰਦੇ ਹੋਏ ਮਾਨੀ ਖੇਜ਼ ਲਹਿਜੇ 'ਚ ਕਿਹਾ, ਇਹ ਚੀਨੀਆਂ ਦਾ ਗਾਰ ਹੈ। ਮੈਂ ਉਹਨਾਂ ਦਾ ਮਤਲਬ ਸਮਝ ਗਿਆ। ਮੁਸਕਰਾ ਕੇ ਕਿਹਾ, ਕੁਝ ਪੀਣ ਦਾ ਇਰਾਦਾ ਹੈ? ਅਸੀਂ ਦੋਵੇਂ ਦੁਕਾਨ ਦੇ ਅੰਦਰ ਵੜ ਗਏ। ਹਲੀਮ ਸਾਹਿਬ ਮੇਰੇ ਅੱਗੇ ਸਨ। ਮੈਂ ਜਿਉਂ ਹੀ ਦੇਹਲੀ 'ਤੇ ਪੈਰ ਰੱਖਿਆ, ਭਾਫ਼ ਦਾ ਇੱਕ ਝੋਂਕਾ ਮੇਰੀਆਂ ਸਿੱਲ੍ਹੀਆਂ ਗੱਲ੍ਹਾਂ ਨੂੰ ਛੂਹ ਗਿਆ। ਉਹਦੇ ਨਾਲ ਹੀ ਦੇਸੀ ਸ਼ਰਾਬ ਦੀ ਤੇਜ਼ ਬੂ ਮੇਰੇ ਨੱਕ 'ਚ ਘੁਸ ਗਈ। ਕਮਰੇ ਦੇ ਅੰਦਰ 10-15 ਆਦਮੀ ਸ਼ਰਾਬਨੋਸ਼ੀ ਦੇ ਸ਼ੁਗਲ 'ਚ ਮਸਰੂਫ ਸਨ। ਹਲੀਮ ਸਾਹਿਬ ਤੇ ਮੈਂ ਸਰਕੰਡਿਆਂ ਦੇ ਬਣੇ ਹੋਏ ਮੂੜਿਆਂ 'ਤੇ ਬੈਠ ਗਏ। ਉਹਨਾਂ ਉੱਤੇ ਟਾਟ ਦੇ ਮੈਲੇ ਟੋਟੇ ਮੜੇ ਸਨ, ਜਿਸ ਕਰਕੇ ਬਹੁਤ ਗਲੀਜ਼ ਲੱਗਦੇ ਸਨ। ਲੱਕੜ ਦਾ ਤਖਤਾ ਵੀ ਬੇਹੱਦ ਮੈਲਾ ਸੀ। ਉਹਨਾਂ ਉੱਤੇ ਥਾਂ ਮੈਲ ਉੱਭਰ ਰਹੀ ਸੀ। ਮੇਰੇ ਸਾਹਮਣੇ ਹਰੇ ਪੱਤਿਆਂ 'ਤੇ ਪਿਆਜ਼ ਦੇ ਟੁਕੜੇ ਤੇ ਚਟਨੀ ਬਿਖਰੀ ਹੋਈ ਸੀ। ਕੋਲ ਹੀ ਬੋਤਲਾਂ 'ਚ ਉਛਲੇ ਹੋਏ ਸੋਡੇ ਦੇ ਛਿੱਟੇ ਛੱਤ ਵਾਲੇ ਲੈਂਪ ਦੀ ਧੁੰਦਲੀ ਰੌਸ਼ਨੀ ਵਿੱਚ ਚਮਕ ਰਹੇ ਸਨ ਤੇ ਕਿਸੇ ਮਜ਼ਦੂਰ ਦੇ ਮੈਲੇ ਤੇ ਮੁੜਕੇ ਨਾਲ ਭਿੱਜੇ ਮੱਥੇ ਦਾ ਮੰਜ਼ਰ ਪੇਸ਼ ਕਰਦੇ ਸਨ। ਠੇਕੇ ਦੇ ਇੱਕ ਪਹਾੜੀ ਨੌਕਰ ਦੇ ਆਉਣ 'ਤੇ ਹਲੀਮ ਸਾਹਿਬ ਨੇ ਇੱਕ ਅਧੀਆ ਲਿਆਉਣ ਨੂੰ ਕਿਹਾ ਤੇ ਉਹਨੂੰ ਕੁਝ ਹੋਰ ਹਦਾਇਤਾਂ ਦੇਣ ਬਾਅਦ ਉਹ ਮੈਨੂੰ ਮੁਖਾਤਿਬ ਹੋਏ। ਮੈਂ ਤੇ ਰਤਨ ਚੰਦ ਆਮ ਤੌਰ 'ਤੇ ਇੱਥੇ ਹੀ ਆਇਆ ਕਰਦੇ ਹਾਂ। ਸਾਡੀਆਂ ਬਹੁਤੀਆਂ ਸ਼ਾਮਾਂ ਇਸੇ ਛੱਤ ਦੇ ਹੇਠਾਂ ਬੀਤਦੀਆਂ ਹਨ। ਫਿਰ ਮੁਸਕਰਾ ਕੇ ਕਿਹਾ, ਕੀ ਇਹ ਜਗ੍ਹਾ ਤੈਨੂੰ ਪਸੰਦ ਹੈ? ਮੈਂ ਕਮਰੇ ਨੂੰ ਇੱਕ ਨਜ਼ਰ ਵੇਖਿਆ ਤੇ ਜਵਾਬ ਦਿੱਤਾ, ਖਾਸੀ ਦਿਲਚਸਪ ਹੈ। ਰਤਨ ਚੰਦ ਇਸ ਜਗ੍ਹਾ ਨੂੰ ਚੀਨੀਆਂ ਦੇ ਗਾਰ ਨਾਮ ਨਾਲ ਪੁਕਾਰਦਾ ਹੈ। ਫਿਰ ਹਲੀਮ ਸਾਹਿਬ ਨੇ ਮੈਨੂੰ ਪੁੱਛਿਆ, ਤੁਸੀਂ ਵੀ ਪੀਓਗੇ ਨਾ? ਮੈਨੂੰ ਕੋਈ ਇਨਕਾਰ ਨਹੀਂ ਸੀ, ਪਰ ਮੈਨੂੰ ਜੇਲ੍ਹ 'ਚੋਂ ਰਿਹਾ ਹੋਏ ਅਜੇ 1 ਮਹੀਨਾ ਹੋਇਆ ਸੀ
ਤੇ ਉੱਥੋਂ ਦੀ ਤਕਲੀਫਦੇਹ ਜ਼ਿੰਦਗੀ ਨੇ ਮੈਨੂੰ ਬਹੁਤ ਕਮਜ਼ੋਰ ਕਰ ਦਿੱਤਾ ਸੀ। ਇਸ ਲਈ ਸ਼ਰਾਬ ਮੇਰੇ ਲਈ ਹਾਨੀਕਾਰਕ ਸੀ। ਤੁਸੀਂ ਜਾਣਦੇ ਹੋ ਕਿ ਵੱਡੇ ਘਰ ਨੇ ਮੇਰੇ ਮਿਹਦੇ 'ਤੇ ਤਮਾਮ ਪੁਰਜੇ ਹਿਲਾ ਦਿੱਤੇ ਹੈ। ਮੇਰਾ ਖਿਆਲ ਹੈ ਕਿ ਅਜੇ ਕੁਝ ਦਿਨ ਮੈਨੂੰ ਪਰਹੇਜ਼ ਕਰਨਾ ਚਾਹੀਦਾ ਹੈ। ਹਲੀਮ ਸਾਹਿਬ ਨੇ ਮਜ਼ਾਕ ਦੇ ਲਹਿਜੇ 'ਚ ਕਿਹਾ, ਆਹ ਸਾਡੇ ਮਾਲਕਾਂ ਦੀਆਂ ਮਹਿਮਾਨ ਨਵਾਜ਼ੀਆਂ। ਮੈਂ ਭੁੱਲ ਹੀ ਗਿਆ ਸੀ ਕਿ ਤੁਸੀਂ ਕੈਦੀ ਪਰਿੰਦੇ ਹੋ। ਅਸੀਂ ਇੱਕ ਦੂਜੇ ਨੂੰ ਇੱਕ ਅਰਸੇ ਦੇ ਬਾਅਦ ਮਿਲ ਰਹੇ ਹਾਂ। ਇਹ ਕਿਹੋ ਜਿਹਾ ਅਫਸੋਸਨਾਕ ਮਾਮਲਾ ਹੈ ਕਿ ਤੁਸੀਂ ਨਹੀਂ ਪੀਓਗੇ। ਰੱਬ ਜਾਣਦਾ ਹੈ ਕਿ ਮੈਂ ਇੱਕਦਮ ਉਦਾਸ ਕਿਉਂ ਹੋ ਗਿਆ। ਹਲਕ 'ਚ ਮੇਰੀ ਆਵਾਜ਼ ਘੁੱਟੀ ਗਈ। ਮੈਂ ਸਿਰਫ ਇੰਨਾ ਕਹਿ ਸਕਿਆ, ਹਲੀਮ ਸਾਹਿਬ ਮੇਰਾ ਦਿਲ ਬੁੱਢਾ ਹੋ ਗਿਆ। ਉਹ ਮੇਰੀ ਅੰਦਰੂਨੀ ਜਜ਼ਬਾਤ ਨੂੰ ਸਮਝ ਗਏ ਤੇ ਹਮਦਰਦੀ ਭਰੇ ਲਹਿਜੇ 'ਚ ਕਹਿਣ ਲੱਗੇ, ਪਰ ਕੀ ਹੋ ਸਕਦਾ ਹੈ, ਮਜਬੂਰੀ ਹੈ। ਮਜਬੂਰੀ ਹੈ, ਵਾਕਈ ਮਜਬੂਰੀ ਹੈ। ਮੈਂ ਇੱਕ ਠੰਡੀ ਆਹ ਭਰੀ, ਕਾਸ਼ ਇਸ ਹਨੇਰੇ 'ਚ ਰੌਸ਼ਨੀ ਦੀ ਨਿੱਕੀ ਜਿਹੀ ਕਿਰਨ ਵੀ ਨਜ਼ਰ ਆ ਸਕਦੀ। ਅਸੀਂ ਇਹ ਗੱਲਾਂ ਕਰ ਰਹੇ ਸਾਂ ਕਿ ਨੌਕਰ ਸ਼ਰਾਬ, ਸੋਡੇ ਦੀਆਂ 2 ਬੋਤਲਾਂ, ਗਲਾਸ ਤੇ ਮੱਛੀ ਲੈ ਕੇ ਆ ਗਿਆ ਤੇ ਸਭ ਕੁਝ ਫੱਟੇ ਤੇ ਰੱਖ ਕੇ ਹਲੀਮ ਸਾਹਿਬ ਨੂੰ ਕਹਿਣ ਲੱਗਾ, ਕਿ ਸੋਡੇ ਦੀ ਬੋਤਲ ਖੋਲ੍ਹ ਦੇਵਾਂ? ਹਲੀਮ ਸਾਹਿਬ ਨੇ ਹਾਂ 'ਚ ਸਿਰ ਹਿਲਾਇਆ। ਇਸ ਲਈ ਨੌਕਰ ਸੋਡੇ ਦੀ ਇੱਕ ਬੋਤਲ ਆਪਣੇ ਅੰਗੂਠੇ ਨਾਲ ਖੋਲ੍ਹ ਕੇ ਬਾਹਰ ਚਲਾ ਗਿਆ। ਮੈਂ ਸਿਗਰਟ ਸੁਲਗਾਈ ਤੇ ਕਮਰੇ ਦਾ ਜਾਇਜ਼ਾ ਲੈਣਾ ਸ਼ੁਰੂ ਕਰ ਦਿੱਤਾ। ਸਾਥੋਂ ਕੁਝ ਹੀ ਫਾਸਲੇ ਉੱਤੇ ਇੱਕ ਟੁੱਟੀ ਹੋਈ ਮੇਜ਼ ਦੇ ਇਰਦ ਗਿਰਦ 4 ਆਦਮੀ, ਜੋ ਸ਼ਕਲ ਸੂਰਤ ਤੇ ਖਾਕੀ ਲਿਬਾਸ ਤੋਂ ਤਾਂਗੇ ਵਾਲੇ ਲੱਗਦੇ ਸੀ, ਸ਼ਰਾਬਨੋਸ਼ੀ 'ਚ ਮਸ਼ਗੂਲ ਸਨ। ਉਹਨਾਂ ਦੇ ਕੋਲ ਹੀ ਉਹਨਾਂ ਦਾ 5ਵਾਂ ਸਾਥੀ ਸੁਰਾਹੀ ਨੁਮਾ ਹੁੱਕੇ ਦੀ ਨੜੀ ਮੂੰਹ 'ਚ ਪਾਈ ਧੂਏ ਦੇ ਬੱਦਲ ਛੱਡ ਰਿਹਾ ਸੀ। ਮੇਰੇ ਸੱਜੇ ਹੱਥ ਕਮਰੇ ਦੇ ਕੋਨੇ 'ਚ ਇੱਕ ਲੰਬੀ ਦਾੜੀ ਵਾਲਾ ਸਿੱਖ ਆਪਣੀ ਕਿਰਪਾਨ ਨੂੰ ਲੱਤਾਂ ਉੱਤੇ ਰੱਖੀ ਕੰਬਦੇ ਹੱਥਾਂ ਨਾਲ ਦਹੀਂ ਦੀ ਪਲੇਟ ਸਾਫ਼ ਕਰਨ 'ਚ ਮਸ਼ਗੂਲ ਸੀ। ਦੂਜੇ ਕੋਨੇ 'ਚ ਦੀਵਾਰ ਦੇ ਨਾਲ 2 ਸਾਹਿਬ ਆਪਣੇ ਝੁਕੇ ਹੋਏ ਸਿਰਾਂ ਨੂੰ ਹਿਲਾ ਕੇ ਰੱਬ ਜਾਣੇ ਕਿਸ ਗੱਲ 'ਤੇ ਆਪਸ ਵਿੱਚ ਝਗੜ ਰਹੇ ਸਨ ਤੇ ਇੱਕ ਆਦਮੀ ਬਰਾਬਰ ਵਾਲੀ ਦੀਵਾਰ ਦੇ ਨਾਲ ਪਿੱਠ ਲਾਈ ਇੱਕ ਪੁਰਾਣੀ ਲੋਹੇ ਦੀ ਕੁਰਸੀ ਉੱਤੇ ਬੈਠਾ ਆਪਣੇ ਸਾਹਮਣੇ ਰੱਖੇ ਗਲਾਸ ਵਿੱਚ ਖਤਮ ਹੋ ਰਹੀ ਸ਼ਰਾਬ ਨੂੰ ਵੇਖ ਕੇ ਆਪਣੇ ਆਪ 'ਚ ਮੁਸਕਰਾ ਰਿਹਾ ਸੀ। ਉਹਦਾ ਚਿਹਰਾ ਖੌਫਨਾਕ ਤੌਰ 'ਤੇ ਖਾਲੀ ਸੀ। ਇੰਜ ਲੱਗਦਾ ਸੀ ਕੁਦਰਤ ਉਹਦੇ ਚਿਹਰੇ 'ਤੇ ਕਿਸੇ ਜਜ਼ਬੇ ਜਾਂ ਖਾਹਿਸ਼ ਨੂੰ ਨਕਸ਼ ਕਰਨਾ ਭੁੱਲ ਗਈ ਹੋਵੇ। ਉਹਦੇ ਕਾਠੇ ਸਰੀਰ ਨੂੰ ਵੇਖ ਕੇ ਮੈਂ ਦਿਲ 'ਚ ਕਿਹਾ, ਇਹ ਹਨ ਸਾਡੇ ਭਾਈ ਜਿਨ੍ਹਾਂ ਨਾਲ ਵਤਨ ਦਾ ਭਵਿੱਖ ਵਾਬਸਤਾ ਹੈ। ਕਮਰੇ ਦੀ ਫਿਜ਼ਾ ਸਖਤ ਗਮ ਅਫਜ਼ਾ ਵਧਾਉਣ ਵਾਲੀ ਸ਼ਰਾਬ ਦੀ ਤੇਜ਼ ਬੂ ਨੇ ਇਸ ਇਕੱਲਤਾ 'ਚ ਹੋਰ ਵੀ ਵਾਧਾ ਕਰਤਾ ਸੀ। ਹਲੀਮ ਸਾਹਿਬ ਨੇ ਗਲਾਸ 'ਚੋਂ ਕੁਝ ਘੁੱਟਾਂ ਸ਼ਰਾਬ ਦੀਆਂ ਪੀ ਕੇ ਆਪਣੀਆਂ ਮੁੱਛਾਂ ਨੂੰ ਇੱਕ ਮੈਲੇ ਰੁਮਾਲੇ ਨਾਲ ਸਾਫ਼ ਕਰਦੇ ਕਿਹਾ, ਤੁਸੀਂ ਉਦਾਸ ਹੋ? ਮੇਰਾ ਖਿਆਲ ਹੈ ਤੁਸੀਂ ਵੀ ਥੋੜ੍ਹੀ ਜਿਹੀ ਪੀ ਲਓ। ਕਿਉਂ? ਨਹੀਂ ਹਲੀਮ ਸਾਹਿਬ, ਮੈਂ ਨਹੀਂ ਪੀਵਾਂਗਾ। ਮੇਰੀ ਤਬੀਅਤ ਇੱਕ ਅਰਸੇ ਤੋਂ ਉਦਾਸ ਹੈ, ਹਮੇਸ਼ਾ ਉਦਾਸ ਰਹੇਗੀ। ਪਰ ਇਹ ਮਾਯੂਸੀ ਤੇ ਨਾਉਮੀਦੀ ਦੀ ਵਜ੍ਹਾ? ਛੱਡੋ ਯਾਰ ਇਹਨਾਂ ਖਿਆਲਾਂ ਨੂੰ। ਮੈਂ ਮੂਲੋਂ ਨਾਉਮੀਦ ਹੋ ਚੁੱਕਾ। ਜੇਲ੍ਹ ਨੇ ਮੇਰੇ ਅੰਗਾਂ 'ਤੇ ਅਕਹਿ ਮੁਰਦੇਹਾਣੀ ਤਾਰੀ ਕਰ ਦਿੱਤੀ ਹੈ। ਮੈਂ ਸਮਝਦਾ ਸ਼ਾਇਦ ਜੇਲ੍ਹ ਦਾ ਦਰਵਾਜ਼ਾ ਮੈਨੂੰ ਮੇਰੇ ਸੁਪਨਿਆਂ ਦੀ ਦੁਨੀਆ 'ਚ ਲੈ ਜਾਏਗਾ, ਪਰ ਮੈਂ ਇਸ ਵਿੱਚ ਦਾਖਲ ਹੋ ਕੇ ਭੁੱਲ ਭੁਲੱਈਆਂ 'ਚ ਫਸ ਗਿਆ। ਹੁਣ ਮੈਂ ਇਸ ਨਤੀਜੇ 'ਤੇ ਪੁੱਜਾਂ ਕਿ ਜੇਲ੍ਹ ਤੇ ਘਰ ਦੇ ਚਾਰਦੀਵਾਰੀ ਇਨਸਾਨ ਨੂੰ ਕੱਖ ਨਹੀਂ ਸਿਖਾ ਸਕਦੀ। ਫਿਰ ਉਹਨਾਂ ਲੋਕਾਂ ਦੇ ਬੇਚੈਨੀ 'ਤੇ ਜਾਣਨ ਲਈ ਉਤਾਵਲੇ ਸੀਨਿਆਂ ਨੂੰ ਕੌਣ ਕਰਾਰ ਬਖਸ਼ ਸਕਦਾ ਹੈ ਜੋ ਵਤਨ ਨੂੰ ਆਜ਼ਾਦ ਦੇਖਣ ਦੇ ਚਾਹਵਾਨ ਹਨ? ਇਹ ਸਵਾਲ ਹੈ, ਇਹਦਾ ਜਵਾਬ ਮੈਨੂੰ ਨਹੀਂ ਮਿਲਦਾ। ਇਹੀ ਵਜ੍ਹਾ ਹੈ ਕਿ ਮੈਂ ਗਮ ਵਿੱਚ ਡੁੱਬਿਆ। ਆਜ਼ਾਦੀ, ਰੱਬ ਜਾਣੇ ਉਹਦਾ ਜ਼ਾਇਕਾ ਕਿੰਨਾ ਲਜ਼ੀਜ਼ ਹੋਏਗਾ। ਮੈਂ ਆਜ਼ਾਦ ਲੋਕਾਂ ਦੇ ਹਾਲਾਤ ਪੜ੍ਹਦਾ ਤਾਂ ਉਹ ਮੈਨੂੰ ਇੱਕ ਅਫਸਾਨਾ ਜਿਹਾ ਲੱਗਦੇ ਹੈ। ਮੈਂ ਆਪਣੇ ਦਿਲ ਤੋਂ ਪੁੱਛਦਾ ਕਿ ਅਸੀਂ ਵੀ ਕਦੀ ਆਜ਼ਾਦ ਹੋਵਾਂਗੇ। ਇਹਦਾ ਜਵਾਬ ਮੈਨੂੰ ਨਹੀਂ ਮਿਲਦਾ। ਵਤਨ ਨੂੰ ਲੀਡਰਾਂ ਦੀ ਜ਼ਰੂਰਤ ਹੈ। ਹਲੀਮ ਸਾਹਿਬ ਨੇ ਆਪਣੀ ਰਾਏ ਜ਼ਾਹਰ ਕੀਤੀ। ਹਿੰਦੁਸਤਾਨ ਹੁਣ ਵੱਡੀ ਹੱਦ ਤੱਕ ਜਾਗ ਚੁੱਕਾ ਹੈ। ਦਰੁਸਤ, ਪਰ ਉਹ ਲੀਡਰ ਕਦੋਂ ਤੇ ਕਿੱਥੋਂ ਆਉਣਗੇ? ਸਾਨੂੰ ਨੌਜਵਾਨਾਂ ਨੂੰ ਐਸੇ ਆਗੂ ਦੀ ਜ਼ਰੂਰਤ ਨਹੀਂ ਜਿਹਦੀ ਘਟੀਆ ਸਿਆਸਤ ਦੀ ਸਟੇਜ 'ਤੇ ਫਿਰਕੂ ਮੁਫਾਦ ਨੱਚ ਰਿਹਾ ਤੇ ਜੋ ਹਮਵਤਨਾਂ ਦੇ ਸਬੰਧ ਨੂੰ ਹੋਰ ਵੀ ਕਸ਼ੀਦਾ ਕਰ ਦਿੰਦਾ। ਸਾਨੂੰ ਲੀਡਰਾਂ ਦੀ ਜ਼ਰੂਰਤ ਹੈ, ਪਰ ਐਸੇ ਲੀਡਰਾਂ ਦੀ ਨਹੀਂ ਜੋ ਇਸ ਵਕਤ ਸਾਡੀਆਂ ਅੱਖਾਂ ਦੇ ਸਾਹਮਣੇ ਹਾਸੋਹੀਣੀਆਂ ਹਰਕਤਾਂ ਕਰ ਰਹੇ ਹੈ। ਤੁਸੀਂ ਕਹਿੰਦੇ ਹੋ ਕਿ ਹਿੰਦੁਸਤਾਨ ਬੇਦਾਰ ਹੋ ਚੁੱਕਾ ਹੈ। ਕੀ ਤੁਹਾਡਾ ਇਹ ਮਤਲਬ ਹੈ ਕਿ ਇਸ ਜਾਗਰੂਕਤਾ ਨੂੰ ਪੈਦਾ ਕਰਨ ਵਾਲੇ ਸਾਡੇ ਨਾਮ ਨਿਹਾਦ ਲੀਡਰ ਹਨ? ਹਰਗਿਜ਼ ਨਹੀਂ। ਇਹਨਾਂ ਦੋਜ਼ਖੀ ਲੀਡਰਾਂ ਨੇ ਹਿੰਦੁਸਤਾਨ ਦੇ ਬਦਨ ਨੂੰ ਅਧਰੰਗ ਕਰਨ 'ਚ ਕੋਈ ਕਸਰ ਨਹੀਂ ਛੱਡੀ। ਜੇਕਰ ਹਿੰਦੁਸਤਾਨ ਨੇ ਥੋੜ੍ਹੀਆਂ ਬਹੁਤ ਅੱਖਾਂ ਖੋਲ੍ਹੀਆਂ ਤਾਂ ਸਿਰਫ ਭੁੱਖ ਦੀ ਸ਼ਿੱਦਤ ਦੀ ਵਜ੍ਹਾ ਨਾਲ। ਸਾਡੇ ਵਤਨ ਨੂੰ ਸਿਰਫ ਇੱਕ ਆਗੂ ਦੀ ਜ਼ਰੂਰਤ ਹੈ ਜੋ ਸਿਰੋਂ ਨੰਗਾ ਹੋਵੇ, ਜਿਹਦੇ ਕੋਲ ਪਹਿਨਣ ਤੱਕ ਲਈ ਕੱਪੜਾ ਨਾ ਹੋਵੇ, ਜੋ ਨੰਗੇ ਪੈਰੀਂ ਢਿੱਡੋਂ ਭੁੱਖਾ ਹੋਵੇ ਤੇ ਜਿਹਦੇ ਦਿਮਾਗ ਤੇ ਸੀਨੇ 'ਚ ਚਿੰਗਾਰੀਆਂ ਭਰੀਆਂ ਹੋਣ। ਬਾਦਸ਼ਾਹਤ ਦੇ ਕੂੜ ਕਬਾੜ ਨੂੰ ਜਲਾਉਣ ਲਈ ਨਰਮ ਨਾਜ਼ੁਕ ਆਹਾਂ ਦੀ ਜ਼ਰੂਰਤ ਨਹੀਂ, ਭਾਂਬੜਾਂ ਦੀ ਜ਼ਰੂਰਤ ਹੈ।
ਇੱਕ ਸਾਹਿਬ ਦੀ ਆਮਦ ਨਾਲ ਸਾਡੀਆਂ ਗੱਲਾਂ ਦੇ ਸਿਲਸਿਲੇ ਨੂੰ ਤੋੜ ਦਿੱਤਾ। ਉਹਨਾਂ ਨੇ ਆਉਂਦੇ ਹੀ ਪੁੱਛਿਆ, ਹਲੀਮ ਸਾਹਿਬ ਕੀ ਗੱਲਾਂ ਹੋ ਰਹੀਆਂ? ਨੌਵਾਰਦ ਨਵਾਂ ਆਇਆ ਬੰਦਾ ਹਲੀਮ ਸਾਹਿਬ ਦੀ ਪਿੱਠ ਤੇ ਪਿੱਛੇ ਖੜਾ ਸੀ। ਉਹਨੇ ਆਪਣੀਆਂ ਵੱਡੀਆਂ ਵੱਡੀਆਂ ਅੱਖਾਂ ਨਾਲ ਮੇਰੇ ਵੱਲ ਘੂਰ ਕੇ ਵੇਖਿਆ। ਮੂੜਾ ਲੈ ਕੇ ਸਾਡੇ ਕੋਲ ਬੈਠ ਗਿਆ। ਉਹਦੀ ਦਾੜੀ ਤਾਜ਼ੀ ਮੁੰਨੀ ਸੀ, ਇਸ ਲਈ ਉਹਦੀਆਂ ਗੱਲਾਂ ਉੱਤੇ ਸਾਬਣ ਦੇ ਧੱਬੇ ਸਾਫ਼ ਨਜ਼ਰ ਆ ਰਹੇ ਸੀ। ਉਹਦੀਆਂ ਵੱਡੀਆਂ ਵੱਡੀਆਂ ਮੁੱਛਾਂ ਦੇ ਵੱਟ ਤੇ ਉਹਦਾ ਚੌੜੇ ਮੱਥੇ ਤੇ ਫੌਲਾਦੀ ਇਰਾਦੇ ਦੀਆਂ ਨਿਸ਼ਾਨੀਆਂ ਦਿਖਾਈ ਦਿੰਦੀਆਂ ਸੀ। ਕੱਦ ਲੰਮਾ, ਛਾਤੀ ਉੱਭਰੀ ਹੋਈ, ਬਾਹਾਂ ਜੋ ਕੂਹਣੀਆਂ ਤੱਕ ਨੰਗੀਆਂ ਸਨ, ਗੋਸ਼ਤ ਨਾਲ ਭਰੀਆਂ ਹੋਈਆਂ। ਹਲੀਮ ਸਾਹਿਬ ਨੇ ਨੌਵਾਰਦ ਨੂੰ ਕਿਹਾ, ਅੱਜ ਤੁਸੀਂ ਦੇਰ ਨਾਲ ਆਏ ਹੋ, ਸ਼ਾਇਦ ਮੀਂਹ ਦੀ ਵਜ੍ਹਾ ਨਾਲ। ਨੌਵਾਰਦ ਨੇ ਜਵਾਬ ਦਿੱਤਾ, ਮੈਂ ਵਕਤ ਸਿਰ ਆ ਗਿਆ ਸੀ, ਅੱਧੀ ਖੁਰਾਕ ਪੀ ਕੇ ਜ਼ਰਾ ਦਾੜੀ ਮਨਵਾਉਣ ਚਲਾ ਗਿਆ ਸੀ। ਫਿਰ ਉਸ ਖੜੇ ਹੋਏ ਨੌਕਰ ਨੂੰ ਮੁਖਾਤਿਬ ਹੋ ਕੇ ਕਿਹਾ, ਹਾਂ ਬਾਕੀ ਲੈ ਆ। ਹਲੀਮ ਸਾਹਿਬ ਨੇ ਨੌਵਿਰਦ ਵੱਲ ਇਸ਼ਾਰਾ ਕਰਦੇ ਕਿਹਾ, ਇਹਦਾ ਸ਼ੁਭ ਨਾਮ ਗੁਲਜ਼ਮਾਨ ਹੈ। ਇਹ ਬੇਦਾਰ ਮਗਜ਼ ਤੇ ਹਿੰਮਤੀ ਨੌਜਵਾਨ ਹੈ, ਤੁਹਾਡੇ ਵਿਚਾਰ ਸੁਣਨ ਦੇ ਕਾਬਲ ਹੈ। ਤੇ ਮੇਰੇ ਵੱਲ ਇਸ਼ਾਰਾ ਕਰਦੇ ਹੋਏ, ਇਹ ਮੇਰੇ ਅਜ਼ੀਜ਼ ਦੋਸਤ ਹਨ ਜੋ ਹਾਲ ਹੀ ਵਿੱਚ ਸਿਆਸੀ ਕਾਰਨਾਂ ਦੀ ਬਿਨਾਂ ਤੇ 2 ਸਾਲ ਦੀ ਜੇਲ੍ਹ ਕੱਟ ਕੇ ਆ ਰਹੇ ਹਨ। ਤਾਰੁਫ ਦੇ ਨਾਲ ਜੇਲ੍ਹ ਦੀ ਜ਼ਿੰਦਗੀ ਦਾ ਟੈਗ ਖੂਬ ਸੀ। ਮੈਂ ਦਿਲ 'ਚ ਹੱਸਿਆ। ਮੈਨੂੰ ਜੇਲ੍ਹ ਤੋਂ ਆਏ 1 ਮਹੀਨਾ ਹੋ ਚੁੱਕਾ ਸੀ, ਮਗਰ ਅਫਸੋਸ ਕਿ ਹੁਣ ਵੀ ਮੇਰੇ ਨਾਲ ਚਿਪਕੀ ਹੋਈ ਸੀ। ਮੈਂ ਨੌਵਾਰਦ ਨਾਲ ਹੱਥ ਮਿਲਾਇਆ। ਉਹਦੇ ਹੱਥ ਦੀ ਜਕੜ 'ਚ ਫੌਲਾਦ ਵਰਗੀ ਸਖਤਾਈ ਸੀ। ਉਹਨੇ ਹੱਥ ਮਿਲਾ ਕੇ ਮੂਹੜੇ ਤੇ ਬੈਠਦੇ ਕਿਹਾ, ਤੁਸੀਂ ਸ਼ਾਇਦ ਪਹਿਲੀ ਮਰਤਬਾ ਪੇਸ਼ਾਵਰ ਆਏ ਹੋ? ਜੀ ਹਾਂ। ਇਹ ਕਹਿ ਕੇ ਮੈਂ ਖਾਮੋਸ਼ ਹੋ ਗਿਆ। ਹਲੀਮ ਸਾਹਿਬ ਨੇ ਗਲਾਸ ਵਿੱਚ ਸ਼ਰਾਬ ਤੇ ਸੋਡਾ ਮਿਲਾਇਆ, ਗੁਲਜ਼ਮਾਨ ਵੱਲ ਵਧਾ ਦਿੱਤਾ। ਉਹਨੂੰ ਬੇਤਕੱਲਫ ਇੱਕ ਹੀ ਘੁੱਟ ਚੜ੍ਹਾ ਗਿਆ ਤੇ ਆਪਣੀਆਂ ਮੁੱਛਾਂ ਕੁੜਤੇ ਦੀ ਬਾਂਹ ਨਾਲ ਪੂੰਝਦੇ ਬੋਲਿਆ, ਹਲੀਮ ਸਾਹਿਬ ਨਾਲ ਤੁਹਾਡੀਆਂ ਗੱਲਾਂ ਦੇ ਕੁਝ ਆਖਰੀ ਫਿਕਰੇ ਮੈਂ ਸੁਣ ਲਏ ਸਨ ਤੇ ਤੁਹਾਡਾ ਦਿਲ ਸੱਚਾਈ ਦੇ ਨੇੜੇ ਜਾਪਦਾ ਹੈ। ਧੰਨਵਾਦ। ਚੱਲਦਾ।